ਲੋਧੀ ਨੰਗਲ ਦਾ ਦੰਗਲ। ਤੇ ਵਿੱਚ ਵੀ ਜਦੋਂ ਮੈਨੂੰ ਟਿਕਟ ਮਿਲੀ ਆ ਉਦੋਂ ਵੀ ਵਿਰੋਧੀ ਆਂਦੇ ਸੀ ਕਿ ਇੱਥੇ ਸੀਟ ਜਿਹੜੀ ਆ ਬਾਜਵੇ ਕੋਲੋਂ ਕੋਈ ਨਹੀਂ ਜਿੱਤ ਸਕਦਾ। ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਮਾਝੇ ਦੇ ਰੌਚਕ ਤੇ ਚਰਚਿਤ ਹਲਕੇ ਫਤਿਹਗੜ੍ਹ ਚੂੜੀਆਂ ਨੂੰ ਦਿੱਤੇ ਵਾਰਿਸ ਨੇ ਕਈ ਆਪਣਿਆਂ ਦੀਆਂ ਉਡਾਈਆਂ ਨੀਂਦਾਂ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਦੇ ਡਿਸੀਜਨ ਲੈਣ ਦੀ ਪਾਵਰ ਬੜੀ ਵੱਡੀ ਆ, ਔਰ ਸਰਦਾਰ ਮਜੀਠਾ ਜੀ ਜਿਨ੍ਹਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਹਲਕਾ ਫਤਿਹਗੜ੍ਹ ਚੂੜੀਆਂ 'ਚ ਕਾਂਗਰਸ ਦੇ ਕੈਬਨਿਟ ਮੰਤਰੀ ਨੂੰ ਟੱਕਰਨਗੇ ਸਿਆਸੀ ਅਖਾੜੇ 'ਚ ਅਕਾਲੀ ਦਲ ਵੱਲੋਂ ਲਖਬੀਰ ਸਿੰਘ ਲੋਧੀ ਨੰਗਲ। देखना सारे ने लोधी नंगल का सियासी दंगल, क्योंकि नवे कलाजपन होना इस हल्का फतेहगढ़ चूड़िया दे विच, क्योंकि इत्थे फुੱਲ ਦੇ ਨਾਲ ਕੰਡੇ ਵੀ ਬੜੇ ਲੋਧੀ ਨੰਗਲ ਦਾ ਜੇਤੂ ਰੱਥ ਕਾਦੀਆਂ ਬਟਾਲਾ ਹੁੰਦਾ ਹੋਇਆ ਪਹੁੰਚਿਆ ਹਲਕਾ ਫਤਿਹਗੜ੍ਹ ਚੂੜੀਆਂ। ਤੁਹਾਡੇ ਸਾਹਮਣੇ ਇੱਕ ਕੈਬਨਿਟ ਮੰਤਰੀ ਹੈ ਕਾਂਗਰਸ ਪਾਰਟੀ ਵੱਲੋਂ। ਬੇਸ਼ੱਕ ਤੁਸੀਂ ਬਟਾਲੇ ਤੋਂ ਵੀ ਕਾਂਗਰਸ ਨੂੰ ਚਿੱਤ ਕਰਕੇ ਆਏ, ਹੁਣ ਕਿਹਨੂੰ ਚਿੱਤ ਕਰਨਾ? ਇੱਕ ਦੂਜੇ ਨੂੰ ਜਿਤਾਉਣ ਵਾਲੇ ਹੁਣ ਇੱਕ ਦੂਜੇ ਨੂੰ ਹਰਾਉਣ ਲਈ ਖੇਡਣਗੇ ਸਿਆਸੀ ਦਾਅਪੇਚ। ਆ ਫਤਿਹਗੜ੍ਹ ਚੂੜੀਆਂ ਜਿਹੜਾ ਪਿਛਲੇ 35 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਕਦੀ ਨਹੀਂ ਜਿੱਤਿਆ, ਔਰ ਮੈਂ ਅੱਜ ਗਰੰਟੀ ਨਾਲ ਕਹਿ ਸਕਦਾ ਕਿ ਅਸੀਂ 5000 ਵੋਟ ਘੱਟੋ ਘੱਟ ਫਤਿਹਗੜ੍ਹ ਸ਼ਹਿਰ ਤੋਂ ਲੀਡ ਕਰਾਂਗੇ। ਚਰਚਾ 2 ਵਾਰ ਹਾਰ ਚੁੱਕੇ ਆਪਣੇ ਕੀ ਆਸਾਨੀ ਨਾਲ ਲੋਧੀ ਨੰਗਲ ਨੂੰ ਮਾਲੀ ਜਿੱਤਣ ਦੇਣਗੇ? ਨੇ ਕਿ ਜਿੰਨਾ ਬੰਦਿਆਂ ਨੂੰ 2 ਵਾਰੀ, ਚਾਹੇ ਮਿਸਟਰ ਕਾਲੋਂ ਦਾ ਜ਼ਿਕਰ ਹੋ ਰਿਹਾ, ਕਹਿੰਦੇ ਕਿ ਉਹਨਾਂ ਨੂੰ 2 ਵਾਰੀ ਜਦੋਂ ਉਹਨਾਂ ਦੀ ਥੱਲੇ ਕੁਰਸੀ ਖਿੱਚ ਲਈ ਹੈ ਨਾ, ਕਹਿੰਦੇ ਉਹ ਮਾਲੀ ਜਿੱਤਣ ਦੇਣਗੇ। ਬੜਾ ਵੱਡਾ ਚੈਲੰਜ ਕਹਿ ਰਿਹਾ। ਬਟਾਲਾ ਦਾ ਸ਼ਿਕਵਾ, ਲੋਧੀ ਨੰਗਲ ਜੀ ਸਾਡਾ ਕਸੂਰ ਤਾਂ ਦੱਸੋ, ਫਿਰ ਸਾਡੇ ਨਾਲ ਧੋਖਾ ਕਿਉਂ? ਮੇਰੇ ਹੁੰਦੇ 5 ਸਾਲਾਂ 'ਚ ਨਾਮ ਹੈ ਕੋਈ ਇਲੀਗਲ ਪਰਚਾ ਹੋਣ ਦਿੱਤਾ ਤੇ ਨਾਮ ਹੈ ਉੱਥੇ ਕਬਜ਼ਾ ਹੋਣ ਦਿੱਤਾ। ਇਹ ਪਹਿਲਾ ਇਤਿਹਾਸ ਆ 5 ਸਾਲਾਂ 'ਚ ਬਟਾਲੇ ਦਾ, ਪਹਿਲਾ ਇਤਿਹਾਸ ਆ 5 ਸਾਲਾਂ 'ਚ ਬਟਾਲੇ ਦਾ। बिक्रम सिंह मजीठिया जिंदाबाद, प्रकाश सिंह जी बादल जिंदाबाद, लखबीर सिंह जी लोधी नंगल जिंदाबाद। ਅੱਜ ਤੱਕ ਸ਼ਾਇਦ ਕਿਸੇ ਨੇ ਦੀਵਾਲੀ ਤੋਂ ਪਹਿਲਾਂ ਦੀਵਾਲੀ ਬੰਪਰ ਲੱਗਦਾ ਨਹੀਂ ਦੇਖਿਆ ਹੋਵੇਗਾ, ਪਰ ਅਸੀਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਹਾਂ ਕਿ ਦੀਵਾਲੀ ਤੋਂ ਪਹਿਲਾਂ ਦੀਵਾਲੀ ਬੰਪਰ ਕਿਵੇਂ ਲੱਗਦਾ। ਔਰ ਦੀਵਾਲੀ ਬੰਪਰ ਲੱਗਿਆ ਲਖਬੀਰ ਸਿੰਘ ਲੋਧੀ ਨੰਗਲ ਦਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ। ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਲੋਧੀ ਨੰਗਲ ਸਾਹਿਬ, ਇੱਕ ਹੁੰਦਾ ਕੌਨਫੀਡੈਂਸ, ਇੱਕ ਹੁੰਦਾ ਤਜਰਬਾ। ਬੜੇ ਲੰਬੇ ਸਮੇਂ ਤੋਂ ਇਸ ਸੀਟ ਨੂੰ ਲੈ ਕੇ ਭਾਵੇਂ ਬਹੁਤ ਸਾਰੀ ਦੁਬਿਧਾ ਸੀ, ਬੜੀਆਂ ਚਰਚਾਵਾਂ ਸੀ ਤਰ੍ਹਾਂ ਤਰ੍ਹਾਂ ਦੀਆਂ, ਪਰ ਤੁਹਾਡਾ ਕੌਨਫੀਡੈਂਸ, ਤੁਹਾਡਾ ਤਜਰਬਾ ਉਹ ਜਿੱਤ ਗਿਆ। ਮਨ ਦੇ ਵਿੱਚ ਜਦੋਂ ਭਰੋਸਾ ਹੁੰਦਾ, ਸੱਚੇ ਪਾਤਸ਼ਾਹ ਦਾ ਮਨ ਵਿੱਚ ਸਾਰੀ ਜ਼ਿੰਦਗੀ ਕਦੀ ਭਰੋਸਾ ਨਹੀਂ ਟੁੱਟਾ। ਔਰ ਮੈਂ ਸਮਝਦਾ ਮੇਰੀ ਜ਼ਿੰਦਗੀ ਦੀ ਕਾਮਯਾਬੀ ਦਾ ਇੱਕੋ ਰਾਜ ਆ ਕਿ ਮੈਂ ਸੱਚੇ ਪਾਤਸ਼ਾਹ ਦੇ ਉੱਤੇ ਪੂਰਨ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਨੂੰ ਜੀਆ। ਔਰ ਬੜੇ ਬੜੇ ਵੱਡੇ ਔਖੇ ਟੈਸਟਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਹੱਥ ਰੱਖ ਕੇ ਸਾਨੂੰ ਕੱਢਿਆ। ਔਰ ਤੁਹਾਡੇ ਸਾਹਮਣੇ ਸਾਰੀ ਪਿਛਲੀ ਹਿਸਟਰੀ ਸਾਡੀ ਲਾਈਫ ਦੀ ਪਈ ਆ। 17 'ਚ ਬਟਾਲਿਓ ਕਦੀ ਕੋਈ ਸਰਦਾਰ ਜਿੱਤਦਾ ਵੇਖਿਆ, ਸਨ 17 ਦੇ ਵਿੱਚ 70 ਸਾਲ 'ਚ ਕਦੀ ਕੋਈ ਨਹੀਂ ਜਿੱਤਿਆ। ਪਰ ਸਾਰੇ ਹੀ ਪਾਰਟੀਆਂ ਦੇ ਹੀ ਸਾਰੀਆਂ ਸੀਟਾਂ ਗੁਰਦਾਸਪੁਰ ਦੀਆਂ ਜਿੱਤ ਲੈਣੀਆਂ ਤੇ ਬਟਾਲੇ ਦੀ ਨਹੀਂ ਜਿੱਤੀ ਜਾਣੀ। ਤੇ ਮੈਂ ਪਾਰਟੀ ਨੂੰ ਕਹਿੰਦਾ ਵੀ ਮੈਂ ਤੇ ਜ਼ਰੂਰ ਜਿੱਤਾਂਗਾ, ਬਾਕੀਆਂ ਦਾ ਮੈਨੂੰ ਪਤਾ ਨਹੀਂ। ਉਹ ਕਿਉਂ ਕਹਿੰਦਾ ਸਾਂ ਕਿ ਮੈਨੂੰ ਪੂਰਨ ਭਰੋਸਾ ਸੀ ਬਾਬਾ ਨਾਨਕ ਜੀ ਦੇ ਉੱਤੇ, ਗੁਰੂ ਰਾਮਦਾਸ ਦੇ ਉੱਤੇ, ਕਿ ਚੰਗਾ ਕੰਮ ਕਰ ਰਹੇ ਹਾਂ, ਨੇਕੀ ਕਰ ਰਹੇ ਹਾਂ, ਲੋਕਾਂ ਦੀ ਸੇਵਾ ਸੱਚੇ ਮਨੋਂ ਕਰ ਰਹੇ ਹਾਂ, ਪਾਪ ਕੋ ਨਹੀਂ ਕਰ ਰਹੇ। ਤੇ ਜੇ ਨੇਕੀ ਨੂੰ ਮਾਰ ਦੇਣਾ ਆ
ਤੇ ਫਿਰ ਮੈਨੂੰ ਹਰਾ ਦੇਣਾ ਚਾਹੀਦਾ, ਤੇ ਜੇ ਨੇਕੀ ਨੂੰ ਜਿਉਂਦਿਆਂ ਰੱਖਣਾ ਤੇ ਫਿਰ ਸਾਡੀ ਜਿੱਤ ਜਿਹੜੀ ਆ ਹੋਣੀ ਯਕੀਨੀ ਆ। ਤੁਹਾਡੀ ਜਿੱਤ ਯਕੀਨੀ ਹੋਈ ਹੈ ਜੀ ਬਟਾਲਾ ਤੋਂ, ਵਾਕਿਆ ਹੀ ਇਤਿਹਾਸ ਤੁਸੀਂ ਰਚ ਕੇ ਆਏ ਸੀਗੇ। ਔਰ ਹੁਣ ਤੇ ਹਲਕਾ ਫਤਿਹਗੜ੍ਹ ਚੂੜੀਆਂ ਦਾ ਵੀ ਜ਼ਿਕਰ ਕਰੀਏ। ਇਹ ਜਿਹੜੀ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਤੁਹਾਡਾ ਜਿਹੜਾ ਦੀਵਾਲੀ ਬੰਪਰ, ਮੈਂ ਫਿਰ ਕਹਿਣ ਲੱਗਾ ਜੀ ਦੀਵਾਲੀ ਧਮਾਕਾ ਜਿਹੜਾ ਇਹ ਹੋਇਆ, ਇਹਦੇ ਵਿੱਚ ਵੱਡਾ ਹੱਥ ਕੀਤਾ ਸੁਖਬੀਰ ਸਿੰਘ ਬਾਦਲ ਦਾ, ਬਿਕਰਮਜੀਤ ਸਿੰਘ ਮਜੀਠੀਆ ਦਾ। ਦਰਅਸਲ ਇਹ ਆ ਕਿ ਪਾਰਟੀ ਬੜੀ ਸੰਜੀਦਗੀ ਦੇ ਨਾਲ ਸਾਰੇ ਪੰਜਾਬ ਦੀਆਂ ਟਿਕਟਾਂ ਨੂੰ ਲੈ ਰਹੀ ਸੀ, ਔਰ ਅੱਜ ਤੋਂ ਹੀ ਨਹੀਂ, ਜਦੋਂ ਸਲਾਰੀਏ ਦੀ ਇਲੈਕਸ਼ਨ ਹੋਈ ਸੀ ਉਦੋਂ ਤੋਂ ਲੈ ਕੇ ਸਰਵੇ ਜਿਹੜੇ ਚੱਲਦੇ ਸੀ ਕਿ ਕਿਹੜੇ ਹਲਕੇ 'ਚ ਕਿਹੜਾ ਬੰਦਾ ਇਫੈਕਟਿਵ ਆ, ਕਿਉਂਕਿ ਅਸਲ ਵਿੱਚ ਇਹ ਹਲਕਾ ਮੇਰਾ ਪੁਰਾਣਾ ਹਲਕਾ ਹੈ। ਮੈਂ 1985 ਜਿੱਥੇ ਇੰਡੀਪੈਂਡੈਂਟ ਦੀ ਵੀ ਚੋਣ ਲੜੀ, ਔਰ ਤੁਹਾਨੂੰ ਪਤਾ ਮੈਂ ਉਦੋਂ ਬਹੁਤ ਛੋਟੀਆਂ ਜਿਹੀਆਂ ਵੋਟਾਂ ਦੇ ਫਰਕ ਨਾਲ ਹਾਰਿਆ, ਜਦੋਂ ਕਿ ਅਕਾਲੀ ਦਲ ਰਾਜੀਵ ਲੋਂਗੋਵਾਲ ਸਮਝੌਤਾ ਸੀ ਤੇ ਅਕਾਲੀ ਦਲ ਨੂੰ ਥਾਲੀ 'ਚ ਪਾ ਕੇ ਸਰਕਾਰ ਦਿੱਤੀ ਸੀ। ਔਰ ਮੈਂ ਤੁਹਾਨੂੰ ਇਹ ਗਰੰਟੀ ਨਾਲ ਕਹਿਣਾ ਚਾਹੁੰਦਾ ਕਿ 7 ਵਿੱਚ ਵੀ ਜਦੋਂ ਮੈਨੂੰ ਟਿਕਟ ਮਿਲੀ ਆ, ਉਦੋਂ ਵੀ ਵਿਰੋਧੀ ਆਂਦੇ ਸੀ ਕਿ ਇੱਥੇ ਸੀਟ ਜਿਹੜੀ ਆ ਬਾਜਵੇ ਕੋਲੋਂ ਕੋਈ ਨਹੀਂ ਜਿੱਤ ਸਕਦਾ। ਸੱਚੇ ਪਾਤਸ਼ਾਹ ਦੀ ਪਾਰ ਕਿਰਪਾ ਹੋਈ, ਕਿਉਂਕਿ ਆਵਾਮ ਦੇ ਹੜ ਅੱਗੇ, ਆਵਾਮ ਦੀ ਜਥਾ ਸ਼ਕਤੀ ਅੱਗੇ ਕੋਈ ਨਹੀਂ ਰੋਕ ਸਕਦਾ। ਆਪਾਂ ਨੂੰ ਜਿੱਤ ਪ੍ਰਾਪਤ ਹੋਈ। ਮੁੜ ਕੇ ਡੀਲਿਮਿਟੇਸ਼ਨ 'ਚ ਸੀਟਾਂ ਘਟ ਗਈਆਂ। ਬਾਦਲ ਸਾਹਿਬ ਉਹਨਾਂ ਨੇ ਪੂਰਾ ਚੇਚ ਕਰਕੇ, ਪੂਰੇ ਜ਼ੋਰ ਮਾਰ ਕੇ ਬਟਾਲੇ ਦੀ ਸੀਟ ਜਿਹੜੀ ਆ ਉਹ ਰਿਪਲੇਸ ਕੀਤੀ। ਜਥੇਦਾਰ ਸ਼ੇਖਵਾ ਤੁਹਾਡੇ ਸਾਹਮਣੇ ਉੱਥੇ ਮੋਰਚਾਬੰਦੀ ਕਰਕੇ ਵੀ ਬੈਠਾ ਸੀ, ਬੋਰਡ ਵੀ ਲਾਏ ਸੀ, ਦਫ਼ਤਰ ਵੀ ਖੋਲ੍ਹੇ ਸੀ। ਪਰ ਮੈਨੂੰ ਵੀ ਨਹੀਂ ਸੀ ਪਤਾ, ਜਿੱਦਣ ਮੈਨੂੰ ਸੱਦ ਕੇ ਜਲਾਲਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਿਕਟ ਦਿੱਤੀ ਆ, ਮੈਂ ਵੀ ਉਦੋਂ ਹੈਰਾਨ ਸਾਂ ਕਿ ਦਿਨ 17 ਰਹਿ ਗਏ ਆ, ਮੈਨੂੰ ਪ੍ਰਧਾਨ ਜੀ ਨੇ ਟਿਕਟ ਦਿੱਤੀ। ਪਰ ਉਹਨਾਂ ਮੈਨੂੰ ਕਿਹਾ ਨਹੀਂ ਜਾ, ਅਜੇ ਤੇ 7 ਦਿਨ ਮੈਂ ਇੱਕ ਹੋਰ ਸੀਟਾਂ ਦੀ ਲਿਸਟ ਕੱਢਣੀ ਆ। ਚਲੋ ਮੈਂ ਆਣ ਕੇ ਉੱਥੇ ਮਿਹਨਤ ਕੀਤੀ। ਚਲੋ ਬੜੇ ਥੋੜ੍ਹੇ ਦਿਨ ਸੀ, ਸੀਟ ਜਿਹੜੀ ਆ ਉਹ ਵੰਡੀ ਸੀ, ਉਹਦੇ ਕਰਕੇ ਪੈ ਗਿਆ ਫਰਕ। ਮੁੜ ਕੇ ਆਪਾਂ ਦਫ਼ਤਰ ਲੈ ਕੇ ਉੱਥੇ ਪੂਰੇ 5 ਸਾਲ ਡਟ ਕੇ ਕੰਮ ਕੀਤਾ। ਲਤਨ ਨਗਰ ਸਾਹਿਬ, ਉਹ ਤਾਂ ਜਲਾਲਾਬਾਦ ਤੁਹਾਨੂੰ ਬੁਲਾ ਲਿਆ ਗਿਆ ਤੇ ਟਿਕਟ ਅਨਾਉਂਸ ਕਰ ਦਿੱਤੀ ਗਈ। ਇਸ ਵਾਰੀ ਕਿੱਥੇ ਬੁਲਾਏ ਗਏ? ਅੱਜ ਮੈਨੂੰ ਬੁਲਾਇਆ ਹੀ ਨਹੀਂ। ਅੱਛਾ, ਅੱਜ ਮੈਂ ਤੇ ਗੁਰੂ ਰਾਮਦਾਸ ਜੀ ਦਾ ਕੀਰਤਨ ਸੁਣ ਰਿਹਾ ਸੀ। ਅੱਛਾ ਜੀ, ਬਹੁਤ ਸੱਚੇ ਪਾਤਸ਼ਾਹ ਨਾਲ ਦਿਲ ਲੱਗਾ ਸੀ। ਠੀਕ ਹੈ। ਔਰ ਮੈਨੂੰ ਉੱਥੋਂ ਪ੍ਰੈਸ ਵਾਲਿਆਂ ਦਾ ਟੈਲੀਫੋਨ ਆਇਆ ਚੰਡੀਗੜ੍ਹੋਂ, ਅੱਛਾ ਜੀ, ਗੁਰਜੀਵਨ ਦਾ ਨਾਮ ਹੀ ਲੈ ਦੇਣਾ, ਕਿ ਲੋਧੀ ਨੰਗਲ ਜੀ ਤੁਹਾਡੀ ਟਿਕਟ ਅਨਾਉਂਸ ਹੋ ਗਈ ਆ। ਮੈਂ ਕਿਹਾ ਅੱਛਾ ਯਾਰ, ਬੜੀ ਮਿਹਰਬਾਨੀ, ਤੂੰ ਬੜੀ ਚੰਗੀ ਖਬਰ ਦਿੱਤੀ ਆ। ਬਾਬਾ ਜੀ ਦਾ ਵੇਖੋ ਅੰਤਰ ਧਿਆਨ ਹੋ ਕੇ ਨਾਂ ਲੈਣ ਰਹੇ ਆ, ਤੇ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਆ। ਤੋ ਮੈਨੂੰ ਅਚਾਨਕ ਹੀ ਖਬਰ ਮਿਲੀ। ਮੇਰੇ ਪਾਸ ਸ਼ਬਦ ਨਹੀਂ ਜਿਹਦੇ ਨਾਲ ਮੈਂ ਪਾਰਟੀ ਦੇ ਸਾਡੇ ਸਰਪ੍ਰਸਤ ਬਜ਼ੁਰਗ ਲੀਡਰ ਸਾਡੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਦੇ ਡਿਸੀਜਨ ਲੈਣ ਦੀ ਪਾਵਰ ਬੜੀ ਵੱਡੀ ਆ, ਔਰ ਸਰਦਾਰ ਮਜੀਠਾ ਜੀ, ਜਿਨ੍ਹਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ, ਬੜਾ ਵੱਡਾ ਪਾਰਟੀ ਦੇ ਵਿੱਚ ਪਾਰਟੀ ਨੂੰ ਤਕੜਿਆ ਕਰਨ 'ਚ ਉਹਨਾਂ ਦਾ ਰੋਲ ਆ। ਔਰ ਚੁਣ ਕੇ ਛਿਣ ਕੇ ਉਹ ਸਕਰੀਨਿੰਗ ਕਰਕੇ ਬਾਦਲ ਸਾਹਿਬ ਹੋਣਾ ਸਾਰੀ ਟੀਮ ਦੇ ਜਿਹੜੀ ਆ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਅਬਜ਼ਰਵਰ ਲੱਗੇ ਸੀ ਉਹਨਾਂ ਰਾਹੀਂ ਉਹਨਾਂ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ, ਨਵਾਂ ਪੁਰਾਣਾ ਨਹੀਂ ਵੇਖਿਆ। ਜੀ ਲੋਧੀ ਨੰਗਲ ਸਾਹਿਬ, ਗੱਲ ਚੱਲ ਰਹੀ ਹੈ ਹੁਣ ਜਿਹੜੀ ਚਰਚਾ ਚੱਲਣੀ ਹੈ ਕਿ ਦੇਖਣਾ ਸਾਡੇ ਨੇ ਲੋਧੀ ਨੰਗਲ ਦਾ ਸਿਆਸੀ ਦੰਗਲ, ਕਿਉਂਕਿ ਨਵੇਂ ਕਲਾ ਜਪਨ ਹੋਣਾ ਇਸ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ, ਕਿਉਂਕਿ ਇੱਥੇ ਫੁੱਲ ਦੇ ਨਾਲ ਕੰਡੇ ਵੀ ਬੜੇ ਨੇ। ਚਰਚਾ ਜਿਹੜੀ ਹੈ, ਇੱਕ ਪਾਸੇ ਤਾਂ ਵਧਾਈਆਂ ਦਾ ਤਾਤਾ ਸੋਸ਼ਲ ਮੀਡੀਆ ਤੇ ਲੱਗ ਚੁੱਕਾ ਹੈ, ਤੁਹਾਨੂੰ ਜਗ੍ਹਾ ਤੋਂ ਵਧਾਈਆਂ ਮੁਬਾਰਕਬਾਦਾਂ ਆ ਰਹੀਆਂ ਨੇ, ਡੱਬੇ ਵੀ ਆ ਰਹੇ, ਸਰੋਪਾਓ ਵੀ ਆ ਰਹੇ ਨੇ, ਜਨਤਾ ਵੀ ਪਹੁੰਚ ਰਹੀ ਹੈ ਤੁਹਾਡੇ ਹੌਸਲਾ ਅਫਜ਼ਾਈ ਦੇ ਲਈ। ਪਰ ਨਾਲ ਦੀ ਨਾਲ ਕੁਝ ਚਰਚਾਵਾਂ ਇਸ ਤਰ੍ਹਾਂ ਦੀਆਂ ਵੀ ਚੱਲ ਰਹੀਆਂ, ਕਹਿ ਰਹੇ ਨੇ ਕਿ ਜਿਨ੍ਹਾਂ ਬੰਦਿਆਂ ਨੂੰ 2 ਵਾਰੀ, ਚਾਹੇ ਮਿਸਟਰ ਕਾਲੋਂ ਦਾ ਜ਼ਿਕਰ ਹੋ ਰਿਹਾ, ਕਹਿੰਦੇ ਕਿ ਉਹਨਾਂ ਨੂੰ 2 ਵਾਰੀ ਜਦੋਂ ਉਹਨਾਂ ਦੀ ਥੱਲੇ ਕੁਰਸੀ ਖਿੱਚ ਲਈ ਹੈ ਨਾ, ਕਹਿੰਦੇ ਉਹ ਮਾਲੀ ਜਿੱਤਣ ਦੇਣਗੇ। ਬੜਾ ਵੱਡਾ ਚੈਲੰਜ ਕਹਿ ਰਹੇ ਨੇ। ਦਰਅਸਲ ਗੱਲ ਤਾਂ ਨਰਮ ਭਰੋਸੇ ਦੀ ਕੀਤੀ ਆ। ਮੈਂ ਬੜਾ ਸਾਫ਼ ਸੁਭਾਅ ਦਾ ਆਦਮੀ ਆ, ਮੈਂ ਕਦੀ ਢਿੱਡ 'ਚ ਗੱਲ ਨਹੀਂ ਰੱਖਦਾ। ਮੈਂ ਆਪਣੇ ਵਰਕਰਾਂ ਨੂੰ ਪਹਿਲੋਂ ਆਪਣੀ ਗੱਲ ਦੱਸਦਾ, ਫਿਰ ਉਹਨਾਂ ਦੀ ਪੁੱਛਦਾ। ਇਹ ਸਾਰੇ ਵਰਕਰ ਬੈਠੇ ਨੇ, ਬੜੇ ਸੀਨੀਅਰ ਨੇ, ਦੀਨ ਇਮਾਨ ਦੀ ਗੱਲ ਹੁੰਦੀ ਆ। ਲੋਧੀ ਨੰਗਲ ਨੇ ਕਦੀ ਕਿਸੇ ਦੀ ਬੈਕ ਬਾਈਟ ਨਹੀਂ ਕੀਤੀ, ਮੈਂ ਕਦੀ ਕਿਸੇ ਦੀ ਮੁਖਾਲਫਤ ਨਹੀਂ ਕੀਤੀ। ਸ਼ੰਕਾ ਕਿਉਂ ਆ ਕਿਸੇ ਦੀ? ਜਦੋਂ ਵੀ ਬੰਦਾ ਹਾਰ ਜਾਂਦਾ ਨਾ, ਉਦੋਂ ਦੂਜਿਆਂ ਤੇ ਸ਼ੰਕਾ ਕਰਦਾ। ਜਦੋਂ 97 'ਚ ਇਲੈਕਸ਼ਨ ਲੜੀ ਆ, ਮੈਂ ਕਾਗਜ਼ ਵਾਪਸ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਕੇ ਨਾਲ ਚੜ੍ਹ ਕੇ ਜਿਤਾਇਆ, ਉਦੋਂ ਵੀ ਕਦੀ ਕਿਸੇ ਨੇ ਨਹੀਂ ਕਿਹਾ। 7 'ਚ ਵੀ ਫਿਰ ਨਾਲ ਜਾ ਕੇ ਜਿਤਾਇਆ। ਆਪਣੇ ਬੰਦੇ ਨੇ, ਉੱਪਰੇ ਨਹੀਂ ਗਏ, ਮੇਰੇ ਸਤਿਕਾਰਯੋਗ ਨੇ।
ਮੈਂ ਉਹਨਾਂ ਦੀ ਵਿਰੋਧਤਾ ਨਹੀਂ ਕਰਦਾ। ਹੁਣ ਜਿਸ ਬੰਦੇ ਦਾ ਨਾਂ ਉਹਦੇ ਨੇ ਇਲੈਕਸ਼ਨ ਲੜਨੀ ਹੈ ਨਾ। ਪਿਛਲੇ ਦਿਨਾਂ ਦੇ ਬਿਆਨਬਾਜ਼ੀ ਦਾ ਜ਼ਿਕਰ ਕਰੀਏ, ਬੇਸ਼ੱਕ ਤੁਹਾਡੇ ਵੱਲੋਂ ਵਿਰੋਧਤਾ ਨਹੀਂ, ਪਰ ਉਹਨਾਂ ਵੱਲੋਂ ਤਾਂ ਖੁੱਲ੍ਹ ਕੇ ਵਿਰੋਧਤਾ ਹੋਈ। ਤੁਹਾਨੂੰ ਲੱਗਦਾ ਹੈ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਫੁੱਲ ਦੇ ਨਾਲ ਕੰਡੇ ਹੈਗੇ ਨੇ, ਤੁਹਾਨੂੰ ਲੱਗਦਾ ਹੈ ਤੁਹਾਡੇ ਇਸ ਸਿਆਸੀ ਦੰਗਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੜਚਨ ਆਏਗੀ? ਨਹੀਂ, ਮੈਂ ਨਹੀਂ ਸਮਝਦਾ, ਕਿਉਂਕਿ ਅਸੀਂ ਨੇਕੀ ਤੇ ਇਮਾਨਦਾਰੀ ਦੇ ਨਾਲ ਡੇਰਾ ਬਾਬਾ ਨਾਨਕ 'ਚ ਉਹਨਾਂ ਦੀ ਮਦਦ ਕਰਾਂਗੇ। ਸਾਡੇ ਕੋਲ ਬਹੁਤ ਵੱਡਾ ਸਟਾਫ ਹੈ ਡੇਰਾ ਬਾਬਾ ਨਾਨਕ ਜਾਤੀ ਦੋਸਤਾਂ ਦਾ, ਔਰ ਉਹਨਾਂ ਨੂੰ ਹਦਾਇਤਾਂ ਅਸੀਂ ਕਰ ਦਿੱਤੀਆਂ ਨੇ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਸਾਡਾ ਮਿਸ਼ਨ ਹੈ ਇਸ ਵੇਲੇ ਸਰਕਾਰ ਬਣਾਉਣ ਦਾ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਮੁੱਖ ਮੰਤਰੀ ਬਣਾਉਣਾ। ਸਾਡੀਆਂ ਨਿੱਕੀਆਂ ਮੋਟੀਆਂ ਗੱਲਾਂ ਜੇ ਕਿਸੇ ਦੇ ਮਨ 'ਚ ਹੋਣਗੀਆਂ, ਮੇਰੇ 'ਚ ਤੇ ਹੈ ਹੀ ਨਹੀਂ। ਮੇਰਾ ਬਹਿ ਕੇ ਕੱਢ ਲਈਆਂ ਜਾਣਗੀਆਂ, ਦੂਰ ਕਰ ਨਹੀਂ, ਮੇਰਾ ਭਾਵ ਮੈਂ ਸਮਝਣਾ ਜੇ ਕੋਈ ਗੱਲ ਇਹੋ ਜਿਹੀ ਜਾਪੂਗੀ ਤਾਂ ਹਾਈ ਕਮਾਂਡ ਬਹਿ ਕੇ ਕਢਾ ਵੀ ਸਕਦੀ ਆ, ਬਟ ਮੇਰੇ ਹਿਸਾਬ ਦੇ ਨਾਲ ਕੋਈ ਐਸਾ ਵਰਕਰ ਨਹੀਂ ਜਿਹੜਾ ਮੇਰੇ ਤੋਂ ਲਾਂਭੇ ਆ। ਚਲੋ ਤੇ ਨਗਲ ਸਾਹਿਬ, ਤੁਸੀਂ ਚੈਲੰਜ ਕਿਹਨੂੰ ਮੰਨਦੇ ਹੋ? ਤੁਹਾਡੇ ਸਾਹਮਣੇ ਇੱਕ ਕੈਬਨਿਟ ਮੰਤਰੀ ਹੈ ਕਾਂਗਰਸ ਪਾਰਟੀ ਵੱਲੋਂ, ਬੇਸ਼ੱਕ ਤੁਸੀਂ ਬਟਾਲੇ ਤੋਂ ਵੀ ਕਾਂਗਰਸ ਨੂੰ ਚਿੱਤ ਕਰਕੇ ਆਏ ਹੋ, ਹੁਣ ਕਿਹਨੂੰ ਚਿੱਤ ਕਰਨਾ ਹੈ? ਵੇਖੋ, ਅੱਗੇ ਵੀ 7 'ਚ ਇਸੇ ਮੰਤਰੀ ਨੂੰ ਚਿੱਤ ਕੀਤਾ ਸੀ, ਤੇ ਜਿਹੜਾ ਟੀਮ ਅੱਗੇ ਹਾਰੀ ਹੋਵੇ ਨਾ, ਉਸ ਟੀਮ ਨੂੰ ਹਰਾਉਣ ਵਾਸਤੇ ਕੌਨਫੀਡੈਂਸ ਜ਼ਿਆਦਾ ਹੁੰਦਾ। ਸਮਝ ਗਏ ਕਿ ਨਹੀਂ? ਤੁਹਾਨੂੰ ਉਹਦੀਆਂ ਕਮਜ਼ੋਰੀਆਂ ਦਾ ਪਤਾ ਸਰ? ਸਾਰਾ ਪਤਾ, ਉਹਦਾ ਮੈਨੂੰ ਸਾਰਾ ਪਤਾ ਆ। ਐਡੇ ਵੱਡੇ ਸਕੈਂਡਲ ਨੇ ਜਿਹੜੇ ਮੈਂ ਹੁਣ ਨੰਗੇ ਕਰਾਂਗਾ ਨਾ, ਐਨ ਇੱਕੜੋਂ ਨੇਰ ਚੱਕ ਦਿਆਂਗਾ। ਬਾਕੀ ਤੇ ਛੱਡੋ, ਆ ਮੇਰੇ ਪਿੰਡ 'ਚ 60 ਲੱਖ ਰੁਪਈਆ ਪਾ ਕੇ ਕਢਾ ਕੇ ਖਾ ਲਿਆ, ਉਹ ਆਂਦੇ ਉਹਦੇ ਬੰਦੇ ਖਾ ਗਏ ਆ, ਮੈਂ ਨਹੀਂ ਆਂਦਾ ਉਹ ਖਾ ਗਏ ਨੇ। ਮੈਂ ਉਹਨੂੰ ਕੱਲ ਵੀਡੀਓ ਪਾਈ ਆ, ਡੀਸੀ ਸਾਹਿਬ ਨੂੰ ਵੀ ਪਾਈ ਆ। ਉਹਨਾਂ ਨੇ ਮੈਨੂੰ ਕਿਹਾ ਮੈਂ ਏਡੀਸੀ ਦੀ ਡਿਊਟੀ ਲਾਤੀ ਆ। ਉਹ ਮੈਂ ਕਿਹਾ ਦਵਾਈ ਗਦਾ ਦੀ, ਉਹ ਸਟੇਡੀਅਮ ਆ, ਉਹਦੀਆਂ 3 ਪੌੜੀਆਂ ਤੇ 10 ਕਿਲੋ ਕਲੀ ਨਹੀਂ ਫੇਰੀ, 10 ਲੱਖ ਰੁਪਈਆ ਕਢਾ ਲਿਆ। ਉਹ ਛੱਪੜ ਜਿਹੜਾ ਮੈਂ ਬਣਵਾਇਆ ਉਹਦਾ 10 ਲੱਖ ਰੁਪਈਆ ਬਣਾ ਕੇ ਕਢਾ ਕੇ ਖੜਾ ਲਿਆ। ਉਹ ਮੈਨੂੰ ਦੱਸੋ ਸਹੀ, ਮੇਰੇ ਪਿੰਡ 'ਚ ਕੀਤਾ ਕੀ ਹੈ? 3 ਲੱਖ ਰੁਪਈਆ ਨਹੀਂ ਲੱਗਾ। ਸਰਦਾਰ ਜੋਗਿੰਦਰ ਸਿੰਘ ਕਾਂਗਰਸ ਦੇ ਸਾਬਕਾ MLA ਨੇ, ਉਹਨਾਂ ਦੀ ਗਲੀ ਨਹੀਂ ਬਣਾਈ, ਕਾਂਗਰਸ ਦੀ ਸਰਕਾਰ ਆ, ਤੁਸੀਂ ਹਿਸਾਬ ਲਾ ਲਓ। ਤੇ ਮੈਂ ਕਹਿੰਦਾ 60 ਲੱਖ ਰੁਪਈਆ ਕਢਾ ਕੇ ਹੜਪ ਕਰ ਗਏ ਜਿਹੜੇ ਇੱਥੇ ਕਰਤਾ ਧਰਤਾ ਸਰਕਾਰ ਦੇ ਤੁਰੇ ਫਿਰਦੇ ਨੇ। ਲੋਧੀ ਨਗਰ ਸਾਹਿਬ, ਤੁਹਾਡਾ ਜਲਵਾ ਦੇਖ ਕੇ ਜਾਂ ਤੁਹਾਡਾ ਇਹ ਜੋ ਮਾਹੌਲ ਹੈ ਹੁਣ, ਇਹਨੂੰ ਦੇਖ ਕੇ ਤੁਹਾਨੂੰ ਲੱਗ ਰਿਹਾ ਜਿਸ ਤਰੀਕੇ ਦਾ ਮਾਹੌਲ ਹੈ ਵੀ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਿਸੇ ਕਾਂਗਰਸੀ ਦਾ ਛੱਡਣ ਦੀ ਉਮੀਦ ਵੀ ਹੈ, ਦੱਸਦੇ ਆ ਕਿ ਕੋਈ ਹੋਰ ਹਲਕਾ ਮੱਲਣ ਨੂੰ ਫਿਰਦੇ ਹੈ, ਲੱਗਦਾ ਤੁਹਾਨੂੰ? ਤੁਹਾਡੀ ਵੈਸੇ ਦੂਰਅੰਦੇਸ਼ੀ ਕੀ ਕਹਿੰਦੀ? ਦੇਖੋ, ਦੂਸਰੀ ਪਾਰਟੀ ਦੇ ਬਾਰੇ ਕੋਈ ਮੈਂ ਤਾਂ ਨਹੀਂ ਕਹਿ ਸਕਦਾ। ਮੈਂ ਪਾਰਟੀ ਬਾਰੇ ਨਹੀਂ, ਮੈਂ ਤੁਹਾਡੇ ਇੱਕ ਦੋਸਤ ਬਾਰੇ ਪੁੱਛ ਰਿਹਾ। ਨਹੀਂ, ਵੇਖੋ, ਇਹਦੇ 'ਚ ਇਹ ਜਿਹੜਾ ਮੌਸਮ ਹੈ ਨਾ, ਇਹ ਇਲੈਕਸ਼ਨ ਬਹਾਰ ਦਾ ਮੌਸਮ ਹੁੰਦਾ, ਆਉਣ ਜਾਣ ਇਹਦੇ 'ਚ ਬਣਿਆ ਰਹਿੰਦਾ। ਇਹਦੇ 'ਚ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਦ੍ਰਿੜ ਇਰਾਦੇ ਦੇ ਹਾਂ, ਅਸੀਂ ਕਿਸੇ ਦੇ ਆਸਰੇ ਨਾਲ ਨਹੀਂ, ਅਸੀਂ ਪਾਰਟੀ ਦੇ ਆਸਰੇ ਨਾਲ ਇਲੈਕਸ਼ਨ ਲੜਨ ਵਾਲੇ ਬੰਦੇ ਹਾਂ। ਹੁਣੇ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਿ ਬਟਾਲਾ ਜਦੋਂ ਕਾਂਗਰਸ ਨੂੰ ਚਿੱਤ ਕਰਦੇ ਹੋ, ਔਰ ਜਿੱਥੇ ਕਿਹਾ ਜਾਂਦਾ ਸੀ ਕਿ ਪੱਗ ਜਿਹੜੀ ਆ ਬਟਾਲੇ 'ਚੋਂ ਕਦੀ ਜਿੱਤ ਨਹੀਂ ਸਕਦੀ, ਤੁਸੀਂ ਜਿੱਤ ਕੇ ਦਿਖਾਇਆ ਔਰ ਇਤਿਹਾਸ ਬਦਲ ਕੇ ਦਿਖਾਇਆ ਬਟਾਲੇ ਦਾ। ਪਰ ਹੁਣ ਇੱਕ ਰਿਹਾ ਕਿ ਬਟਾਲੇ ਵਾਲੇ ਇਹ ਵੀ ਪੁੱਛ ਰਹੇ ਨਾਲ ਕਿ ਸਾਡਾ ਕਸੂਰ ਤਾਂ ਸੱਜਣਾ ਦੱਸਦੇ ਕੀ ਹੈ? ਬਟਾਲੇ ਵਾਲਿਆਂ ਦਾ ਕਸੂਰ ਇਹ ਆ ਵੀ ਮੈਂ 5 ਸਾਲ ਉੱਥੇ ਬਹਿ ਕੇ ਸੇਵਾ ਕੀਤੀ। ਉਹ ਤੇ ਮੇਰੇ ਰੂਰਲ ਏਰੀਆ ਦੇ ਭਰਾਵਾਂ ਨੇ ਮੇਰੀ ਪੱਗ ਜਿਹੜੀ ਆ ਰੱਖੀ, ਉਹਨਾਂ ਪਾਰਟੀ ਦੀ ਪੱਗ ਰੱਖੀ। ਔਰ ਬਟਾਲੇ ਦੇ ਵਿੱਚ ਤੁਸੀਂ ਲੋਕਾਂ ਨੂੰ ਪੁੱਛ ਕੇ ਵੇਖੋ ਵੀ ਕਦੀ ਲੋਧੀ ਨੰਗਲ ਨੇ ਕਿਸੇ ਨੂੰ ਮੋੜਿਆ ਸੀ? ਕਦੀ ਉਹਨੇ ਜਾਤ ਪਾਤ ਧਰਮਵਾਦ ਦੀ ਗੱਲ ਕਿਸੇ ਨਾਲ ਕੀਤੀ ਸੀ? ਅੱਖਾਂ ਮੀਟ ਕੇ। ਔਰ ਮੇਰੇ ਹੁੰਦਿਆਂ 5 ਸਾਲਾਂ 'ਚ ਨਾ ਮੈਂ ਕੋਈ ਇਲੀਗਲ ਪਰਚਾ ਹੋਣ ਦਿੱਤਾ ਤੇ ਨਾ ਮੈਂ ਉੱਥੇ ਕਬਜ਼ਾ ਹੋਣ ਦਿੱਤਾ। ਇਹ ਪਹਿਲਾ ਇਤਿਹਾਸ ਆ 5 ਸਾਲਾਂ 'ਚ ਬਟਾਲੇ ਦਾ। ਅੱਜ 100 ਪਰਚੇ ਹੋਣ ਡਏ ਨੇ, ਅੱਜ 100 ਕਬਜ਼ੇ ਹੋਣ ਡਏ ਨੇ। ਅੱਜ ਆ ਕੇ ਪੁੱਛ ਲਓ, ਹਾਹਾਕਾਰ ਮੱਚੀ ਆ। ਪਰ ਮੇਰੇ ਹੁੰਦਿਆਂ ਨਾ ਨਜਾਇਜ਼ ਪਰਚਾ ਹੋਇਆ ਤੇ ਨਾ ਮੈਂ ਉੱਥੇ ਕਬਜ਼ਾ ਹੋਣ ਦਿੱਤਾ। ਮੈਂ ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦੀ ਆਪਣੀ ਸੋਚ ਸੀ। ਫਿਰ ਵੀ ਮੈਂ ਬਟਾਲੇ ਦੇ ਵਿੱਚੋਂ 9,500 ਵੋਟ ਤੇ ਡਾਊਨ ਸਾਂ। ਜਦੋਂ ਕਿ ਮੈਂ ਉੱਥੇ ਪੂਰੀ ਤਨਦੇਹੀ ਦੇ ਨਾਲ ਦਫ਼ਤਰ ਲੈ ਕੇ ਆਪਣਾ ਘਰ ਵੇਚ ਕੇ ਉੱਥੇ ਦਫ਼ਤਰ ਲਿਆ। ਦਫ਼ਤਰ ਵੇਚ ਕੇ ਮੈਂ ਉੱਥੇ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਡਿਊਟੀ ਦਿੱਤੀ। ਬਟਾਲੇ ਵਾਲਿਆਂ ਦਾ ਕੋਈ ਕਸੂਰ ਨਹੀਂ ਗਾ। ਬਟਾਲੇ ਵਾਲਿਆਂ ਦੀ ਸੋਚ ਆਪਣੀ ਆ, ਉਹਨਾਂ ਨੂੰ ਮੁਬਾਰਕ ਆ। ਉਹਨਾਂ ਨੂੰ ਹੋਰ ਵਧੀਆ ਬੰਦਾ ਮੇਰੇ ਤੋਂ ਕੋਈ ਨਾ ਕੋਈ ਦਿਆਂਗੇ। ਵਾਰਿਸ ਦੇ ਕਿਹੜਾ ਰਹੇ ਉਹਨਾਂ ਨੂੰ? ਹਾਂਜੀ, ਵਾਰਿਸ ਕੌਣ ਦੇ? ਛੇਤੀ ਕੋਈ ਨਾ ਕੋਈ ਵਾਰਸ ਲੱਭਾਂਗੇ। ਜੇ ਵਾਰਸਾਂ ਦੀ ਲਾਈਨ ਲੱਗੀ ਆ, ਉਹਦੇ ਵਿੱਚੋਂ ਅਸੀਂ ਸਿਲੈਕਟ ਕਰ ਰਹੇ ਆ। ਪਾਰਟੀ ਪ੍ਰਧਾਨ ਆਪਣੀ ਪਾਰਖੂ ਅੱਖ ਨਾਲ, ਮਜੀਠਾ ਜੀ ਹੋਣੀ ਆਪਣੀ ਸੋਚ ਦੇ ਨਾਲ ਉਹ ਟੈਸਟ ਕਰ ਰਹੇ ਆ ਵੀ ਕਿਹੜਾ ਬੰਦਾ ਸ਼ਹਿਰ ਵਾਲੇ ਜਿਹੜੇ ਆ ਜਿਹਦੇ ਤੇ ਖੁਸ਼ ਹੋ ਜਾਣਗੇ, ਮੁਤਮਾਇਨ ਹੋ ਜਾਣਗੇ, ਜਿਹਨੂੰ ਆਖਣਗੇ ਵੀ ਇਹ ਸਾਡਾ ਆ। ਇਸ ਕਰਕੇ ਕਿਉਂਕਿ ਮੈਨੂੰ ਸਮਝਦੇ ਸੀ ਇਹ ਬਾਹਰੋਂ ਜੱਟ ਆ ਗਿਆ, ਇੱਥੇ ਸਾਡੇ ਗਲ ਪੈ ਗਿਆ, ਤੇ ਉਸ ਕਰਕੇ ਅਸੀਂ ਚਾਹੁੰਦੇ ਹਾਂ ਹੁਣ ਉਹਨਾਂ ਨੂੰ ਉੱਥੋਂ ਹੀ ਦੇ ਦਈਏ ਜਿਹੜਾ ਉਹਨਾਂ ਦੀ ਖੁਸ਼ੀ ਜਿਹੜੀ ਆ। ਅਸੀਂ ਸਾਰਿਆਂ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ। ਜੀ, ਬਹੁਤ ਹੀ ਵੱਡੀ ਗੱਲ ਕਹੀ ਹੈ, ਸਾਰਿਆਂ ਦੀ ਖੁਸ਼ੀ ਵਾਸਤੇ। ਲਖਬੀਰ ਸਿੰਘ ਲੋਧੀ ਨੰਗਲ, ਜਿਵੇਂ ਪਹਿਲਾਂ ਵੀ ਇਸ ਗੱਲ ਦੀ ਹਰ ਬੰਦਾ ਗਵਾਹੀ ਦੇਣ ਨੂੰ ਤਿਆਰ ਹੈ ਕਿ ਬਿਨਾਂ ਕਿਸੇ ਪਾਰਟੀਬਾਜ਼ੀ ਦੇ, ਕਿ ਬਿਨਾਂ ਕਿਸੇ ਪੱਖਪਾਤ ਦੇ ਹਮੇਸ਼ਾ ਇਹਨਾਂ ਦੇ ਆਫਿਸ ਤੋਂ ਹਰ ਕੋਈ ਖੁਸ਼ ਵਾਪਸ ਆਇਆ। ਜਦ ਵੀ ਇਹਨਾਂ ਦੇ ਦਫ਼ਤਰ ਕੋਈ ਵੀ ਕੰਮ ਲੈ ਕੇ, ਕੋਈ ਰੁਝੇਵਾਂ ਲੈ ਕੇ ਗਿਆ, ਖੁਸ਼ੀ ਦੇ ਨਾਲ ਵਾਪਸ ਆਇਆ, ਕੰਮ ਕਰਵਾ ਕੇ ਵਾਪਸ ਆਇਆ। ਇਸ ਗੱਲ ਨੂੰ ਸਾਰਾ ਬਟਾਲਾ, ਹਲਕਾ ਬਟਾਲਾ ਕੀ ਆਸ-ਪਾਸ ਦੇ ਹੋਰ ਹਲਕੇ ਵੀ ਜਾਣਦੇ ਨੇ। ਲੋਧੀ ਨੰਗਲ ਸਾਹਿਬ,
ਐਸੇ ਕਿਹੜੇ ਜਿੱਤ ਦੇ 3-4 ਮੰਤਰ ਨੇ, ਕੋਈ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀ, ਜਿਹੜਾ ਹਲਕਾ ਫਤਿਹਗੜ੍ਹ ਚੂੜੀਆਂ ਜਿਹੜਾ ਹੈ, ਇਸ ਵਾਰੀ ਤੁਸੀਂ ਕਾਂਗਰਸ ਦੀ ਜਿਹੜੀ ਜਿੱਤ ਹੈ ਨਾ ਉਹਨੂੰ ਹਾਰ 'ਚ ਬਦਲੋਗੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹ ਸੀਟ ਜਿੱਤ ਕੇ ਉਹਦੀ ਝੋਲੀ ਪਾਊਗਾ। ਵੇਖੋ, ਸਾਡੇ ਕੋਲ ਬੜੀ ਕੈਲਕੂਲੇਟਿਵ ਮੂਵ ਆ। ਕੈਲਕੂਲੇਟਿਵ ਮੂਵ ਦੇ ਨਾਲ ਅਸੀਂ ਬਟਾਲਾ ਜਿੱਤਿਆ ਸੀ। ਸਾਨੂੰ ਬੱਚਾ ਜਿਹੜਾ ਇਸ ਹਲਕੇ 'ਚ ਜਾਣਦਾ, ਆ ਫਤਿਹਗੜ੍ਹ ਚੂੜੀਆਂ ਜਿਹੜਾ ਪਿਛਲੇ 35 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਕਦੀ ਨਹੀਂ ਜਿੱਤਿਆ, ਔਰ ਮੈਂ ਅੱਜ ਗਰੰਟੀ ਨਾਲ ਕਹਿ ਸਕਦਾ ਕਿ ਅਸੀਂ 5000 ਵੋਟ ਘੱਟੋ ਘੱਟ ਫਤਿਹਗੜ੍ਹ ਸ਼ਹਿਰ 'ਚੋਂ ਲੀਡ ਕਰਾਂਗੇ। ਔਰ ਜ਼ਿਆਦਾ ਸਾਡੇ ਕੋਲ ਜਿਹੜੀ ਹੋਰ ਵਧੀਆ ਸੰਭਾਵਨਾ ਆ ਕਿ ਜਿਹੜੇ ਲੋਕ ਫਰਸਟ੍ਰੇਸ਼ਨ ਦੇ ਨਾਲ ਜਾਂ ਸਾਡੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਕਾਂਗਰਸ ਚਲੇ ਗਏ ਸੀ, ਉਹ ਮੈਂ ਬਹੁਤ ਵੱਡੇ ਧੜੇ ਵਾਪਸ ਮੋੜ ਕੇ ਲਿਆਇਆ ਔਰ ਉਹਨਾਂ ਨੂੰ ਇਹ ਕਿਹਾ ਆ ਕਿ ਤੁਸੀਂ ਫਰਸਟ੍ਰੇਸ਼ਨ ਛੱਡ ਦਿਓ, ਤੁਹਾਨੂੰ ਕਿਸੇ ਕਿਸਮ ਦੀ ਨਾਰਾਜ਼ਗੀ ਜਿਹੜੀ ਆ ਉਹਨਾਂ ਨਾਲ ਸੀ ਜਿਹੜੀ ਉਹਨਾਂ ਨੂੰ ਦੂਰ ਕਰ ਦਿਓ। ਜਿੱਤ ਦਾ ਮੂਲ ਮੰਤਰ ਦੱਸ ਦਿਓ ਕੀ ਹੋਇਆ। ਜਿੱਤ ਦਾ ਮੂਲ ਮੰਤਰ ਇਹੋ ਹੀ ਆ ਵੀ ਅਸੀਂ ਲੋਕਾਂ ਨੂੰ ਪਿਆਰ ਹੀ ਇੰਨਾ ਕਰਦੇ ਆ, ਜਿਹੜੇ ਸਾਡੇ ਪਿਆਰ ਤੋਂ ਬਹੁਤ ਖੁਸ਼ ਨੇ। ਇਹ ਘਰ ਲੋਕਾਂ ਦਾ ਆਪਣਾ ਘਰ ਆ, ਇੱਥੇ ਰਾਤ ਆਉਣ ਦਿਨੇ ਆਉਣ, ਲੋਕਾਂ ਦੀ ਸੇਵਾ ਵਾਸਤੇ ਮੇਰਾ ਸਾਰਾ ਪਰਿਵਾਰ ਹਾਜ਼ਰ ਆ। ਲੋਕ ਮੈਨੂੰ ਵੋਟ ਪਾਉਣਾ, ਆਪਣੇ ਆਪ ਨੂੰ ਵੋਟ ਪਾਉਣਾ ਸਮਝਦੇ ਨੇ ਔਰ ਲੋਕਾਂ ਦੇ ਉੱਤੇ ਮੈਨੂੰ ਬਹੁਤ ਭਰੋਸਾ, ਦੇ ਲੋਕਾਂ ਦਾ ਮੇਰੇ ਤੇ ਬਹੁਤ ਵੱਡਾ ਭਰੋਸਾ ਹੈ, ਜਿਹਦੇ ਕਰਕੇ ਅਸੀਂ ਸੀਟ ਜਿੱਤਾਂਗੇ। ਬਹੁਤ ਬਹੁਤ ਸ਼ੁਕਰੀਆ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਜੀ। ਔਰ ਜਿਵੇਂ ਜ਼ਿਕਰ ਚੱਲ ਰਿਹਾ ਸੀਗਾ ਕਿ ਆਖਿਰ ਹਲਕਾ ਫਤਿਹਗੜ੍ਹ ਚੂੜੀਆਂ ਜਿਹੜਾ ਕਿ ਚੈਲੰਜ ਬਣ ਚੁੱਕਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਲਈ, ਔਰ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿੱਤਦਾ ਰਹਿ ਜਾਂਦਾ ਸੀ, ਪਰ ਇਸ ਵਾਰ ਲਖਬੀਰ ਸਿੰਘ ਲੋਧੀ ਨੰਗਲ ਦੇ ਉੱਪਰ ਪਾਰਟੀ ਨੇ ਭਰੋਸਾ ਜਤਾਇਆ ਔਰ ਭਰੋਸਾ ਹੀ ਨਹੀਂ ਪੂਰਾ ਯਕੀਨ ਜਤਾਇਆ। ਔਰ ਇਸ ਵਾਰ ਲਖਬੀਰ ਸਿੰਘ ਲੋਧੀ ਨੰਗਲ ਹੋਣਾ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਹੈ, ਚਿਹਰੇ ਦੇ ਉੱਤੇ ਜਿਹੜਾ ਕੌਨਫੀਡੈਂਸ ਹੈ, ਉਹ ਸਾਫ਼ ਦੱਸਦਾ ਪਿਆ ਕਿ 2022 ਦੇ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਬਹੁਤ ਵੱਡੀ ਜਿੱਤ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਾਪਤ ਕਰਨ ਜਾ ਰਿਹਾ ਹੈ। ਔਰ ਨਾਲ ਦੀ ਨਾਲ ਜਿਹੜੇ ਫੁੱਲ ਦੇ ਨਾਲ ਕੰਡੇ ਨੇ ਉਹਨਾਂ ਦਾ ਹੱਲ ਵੀ ਉਹਨਾਂ ਨੇ ਦੱਸਿਆ, ਔਰ ਜਿਹੜੇ ਬਟਾਲੇ ਦੇ ਲੋਕਾਂ ਦਾ ਪੁੱਛਦੇ ਹੋ ਵੀ ਹਾਂਜੀ ਸਾਡਾ ਕਸੂਰ ਕੀ ਹੈ, ਤਾਂ ਉਹ ਵੀ ਉਹਨਾਂ ਨੇ ਨਾਲ ਹੀ ਦੱਸ ਦਿੱਤਾ ਕਿ ਸੱਜਣੋ ਤੁਹਾਡਾ ਕਸੂਰ ਕੋਈ ਨਹੀਂ ਹੈ, ਜਿਨ੍ਹਾਂ ਦਾ ਕਸੂਰ ਹੈ ਉਹਨਾਂ ਦਾ ਵੀ ਉਹਨਾਂ ਇਸ਼ਾਰੇ 'ਚ ਜ਼ਿਕਰ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਲਖਬੀਰ ਸਿੰਘ ਲੋਧੀ ਨੰਗਲ ਦਾ ਸਿਆਸੀ ਦੰਗਲ। ਵੇਖਦੇ ਰਹੋ ਹੱਕ ਸੱਚ ਦੀ ਆਵਾਜ਼ ਦਾ TV NRI।